ਕਿ ਜਿਹੜੇ ਤੁਹਾਨੂੰ ਯੂਰਿਨ ਦੇ ਵਿੱਚ ਸਟੋਨ ਬਣਨੇ ਨੇ ਉਹ ਉਹਨਾਂ ਦਾ ਮੇਨ ਫੈਕਟਰ ਇਹ ਹੁੰਦਾ ਹੈ ਕਿ ਤੁਹਾਡੇ ਯੂਰਿਨ ਦੀ ਪੀਐਚ ਕਿੰਨੀ ਹੈ। ਅਗਰ ਕੋਈ ਸਟੋਨ ਜਿਹੜਾ ਹੈ ਉਹ ਤੁਹਾਡੀਆਂ ਪਿਸ਼ਾਬ ਦੇ ਰਸਤੇ ਨੂੰ ਬਲੌਕ ਕਰ ਰਿਹਾ ਹੈ ਜਾਂ ਪੇਸ਼ੈਂਟ ਨੂੰ ਬਲੱਡ ਯੂਰਿਨ ਦੇ ਵਿੱਚ ਪ੍ਰੋਡਿਊਸ ਕਰ ਰਿਹਾ ਹੈ ਜਾਂ ਪੇਸ਼ੈਂਟ ਨੂੰ ਇਨਫੈਕਸ਼ਨ ਹੋ ਰਿਹਾ ਉਹਦੇ ਨਾਲ ਬਾਰ-ਬਾਰ ਕਿਡਨੀ ਦੇ ਫੰਕਸ਼ਨ ਨੂੰ ਡਿਟੀਰੀਓਰੇਟ ਕਰ ਰਿਹਾ ਹੈ ਤੇ ਇਟ ਨੀਡਸ ਇਮੀਡੀਏਟ ਐਂਡ ਔਰ ਅਰਜੈਂਟ ਟ੍ਰੀਟਮੈਂਟ। ਖਾਰਾ ਯੂਜਲੀ ਲੋਕ ਪੀਂਦੇ ਨੇ ਕਿ ਅਸੀਂ ਸਟੋਨ ਨੂੰ ਪਾਸ ਕਰ ਦਈਏ, ਤਾਂ ਜਿਹੜੇ ਸਟੋਨ ਛੋਟੇ ਖਾਰਾ ਨਾਲ ਪਾਸ ਹੋਣੇ ਆ ਉਹ ਤੁਹਾਨੂੰ ਪਲੇਨ ਵਾਟਰ ਨਾਲ ਵੀ ਪਾਸ ਹੋ ਜਾਣੇ। 15 ਸਾਲ ਦਾ ਬੱਚਾ ਇਜ਼ ਅ ਬਿਗ ਏਜ ਨਾਊਅਡੇਜ਼, तो उदों तक बच्चा अगर बेड वेटिंग करेगा तो इट कैन कॉज बच्चे दे विच कुछ डेवलपमेंटल मैंटल चेंजेस कर सकता है। यूरिन दे विच ब्लड होना जिहड़ा है इट शुड बी टेकन वेरी वेरी सीरियसली। इट इज़ एन ऑमिनस साइन स्पैशली अगर इनू असीं देखदे हां एज वाइज। यंगर एज ग्रुप दे विच यूरिन दे विच ब्लड होने दे कॉमन कॉजेस जिहड़े ने वो है स्टोन होना यूरिनरी सिस्टम च या इन्फेक्शन होना। अगर तुसी रेगुलर हैल्थ अपने दा ध्यान रख रहे हो, एक्सरसाइज कर रहे हो जिहदे विच रनिंग जॉगिंग या वट एवर सॉर्ट ऑफ एक्सरसाइज तुसी जिहदे च कंफर्टेबल हो, साइकलिंग है, कुछ लोग स्विमिंग करते हैं तो यू कम इन द हैल्दी वेट बॉडी वेट दे विच आंदे हो। लास्ट जदों मेरा जन्मदिन सी उन्होंने मैंने 2 दिन पहला फोन किया एंड वाई शी कॉल्ड मी जस्ट टू विश मी। तो मैं उन्होंने पूछा कि आंटी तुसी मतलब अज ही क्यों फोन किया, अज तो 2 दिन बाद है। तो उन्होंने मैंने कहा कि बेटा मेरा 2 दिन बाद ऑपरेशन है। साडा लाइफ स्टाइल बदल रहा है, खाण पीण बदल रहा है ते असी दिन ब दिन बहुत ज़्यादा लापरवाही करते जा रहे हैं जिहदे करके दिन ब दिन सानू यूरोलॉजिकल प्रॉब्लम्स का भी सामना करना पै रहा है। ਇਹ यूरोलॉजिकल प्रॉब्लम्स की ਹੁੰਦੀਆਂ ਨੇ, ਇਹਦੇ ਲੱਛਣ ਕੀ ਨੇ, ਇਹਨਾਂ ਦਾ ਹੱਲ ਕੀ ਹੈ, ਇਹ ਸਾਰੀਆਂ ਗੱਲਾਂ ਤੇ ਅੱਜ ਚਰਚਾ ਕਰਾਂਗੇ। ਮੇਰੇ ਨਾਲ ਨੇ ਡਾਕਟਰ ਓਮਕਾਰ ਸਿੰਘ ਜਿਹੜੇ ਕਿ ਯੂਰੋਲੌਜਿਸਟ ਨੇ, ਐਂਡਰੋਲੌਜਿਸਟ ਨੇ ਤੇ ਕਿਡਨੀ ਟ੍ਰਾਂਸਪਲਾਂਟ ਸਰਜਨ ਨੇ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਸਵਾਗਤ ਹੈ ਜੀ ਪੰਜਾਬੀ ਨੈਸ਼ਨਲ ਟੀਵੀ ਜੀ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤੇ ਦਰਸ਼ਕਾਂ ਨੂੰ ਇਹ ਦੱਸ ਦਈਏ ਕਿ ਯੂਰੋਲੌਜੀ ਕੀ ਹੈ, ਯੂਰੋਲੌਜਿਸਟ ਕੀ ਹੈ ਤੇ ਯੂਰੋਲੌਜੀਕਲ ਪ੍ਰੋਬਲਮਸ ਕੀ ਹੁੰਦੀਆਂ ਨੇ। मोटा मोटा सलीम जी इस तरह है कि यूरोलॉजी जिहड़ा एक प्रोफैशन है या एक डॉक्टरी स्ट्रीम है वो उन्हां चीज़ां नाल डील करदी है जिहड़ियां तुहानूं पेशाब दे रिलेटेड प्रॉब्लम्स हुंदियां ने। हुण जिहड़ा पेशाब दा सिस्टम है साडा इट स्टार्ट फ्रॉम किडनीज़, तो किडनी तो स्टार्ट हुंदा है, फिर उदों किडनी तो यूरिन वालियां ट्यूबां जिन्हां नूं असीं यूरेटर्स बोलदे हां ਉਹ ਹੁੰਦੀਆਂ ਨੇ, ਫਿਰ ਬਲੈਡਰ ਆਉਂਦਾ ਹੈ। ਇਸੇ ਤਰ੍ਹਾਂ ਪੁਰਸ਼ਾਂ ਦੇ ਵਿੱਚ ਪ੍ਰੋਸਟੇਟ ਗਲੈਂਡ ਆਉਂਦਾ ਹੈ, ਪਿਸ਼ਾਬ ਦਾ ਰਸਤਾ ਆਉਂਦਾ ਹੈ। ਇਹਦੇ ਨਾਲ ਹੀ ਜਿਹੜੇ ਜੈਨਾਈਟਲ ਆਰਗਨਸ ਨੇ ਤੁਹਾਡੇ, ਪਿਨਾਈਲ ਆਰਗਨ ਹੈ ਜਾਂ ਟੈਸਟਿਸ ਹੈ, ਉਹਨਾਂ ਦੀਆਂ ਡਿਜ਼ੀਜ਼ ਨੂੰ ਵੀ ਅਸੀਂ ਡੀਲ ਕਰਦੇ ਹਾਂ ਜੀ। ਜੇ ਅਸੀਂ ਫੀਮੇਲਸ ਦੇ ਵਿੱਚ ਗੱਲ ਕਰੀਏ ਤਾਂ ਫੀਮੇਲਸ ਦੇ ਵਿੱਚ ਬਹੁਤ ਸਾਰੀਆਂ ਕਾਮਨ ਪ੍ਰੋਬਲਮਸ ਨੇ ਯੂਰੋਲਜੀ ਰਿਲੇਟਡ, ਜਿਵੇਂ ਕਿ ਯੂਰਿਨ ਦੇ ਵਿੱਚ ਵਾਰ-ਵਾਰ ਇਨਫੈਕਸ਼ਨ ਹੋਣਾ ਜਾਂ ਯੂਰਿਨ ਲੀਕੇਜ ਹੋਣਾ। ਇਹੋ ਜਿਹੀਆਂ ਪ੍ਰੋਬਲਮਸ ਨੂੰ ਵੀ ਅਸੀਂ ਜਿਹੜਾ ਕਿ ਯੂਰੋਲਜਿਸਟ ਹੈ ਉਹ ਡੀਲ ਕਰਦਾ ਹੈ। ਜ਼ਿੰਦਗੀ ਬਹੁਤ ਭੱਜ ਨੱਸ ਵਾਲੀ ਹੋ ਗਈ, ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਸਾਨੂੰ ਕਦੋਂ ਕਿਹੜੀ ਬਿਮਾਰੀ ਨੇ ਫੜ ਲਿਆ। ਕਿਹੜੇ ਲੱਛਣ ਹੈ ਜਦੋਂ ਤੋਂ ਸਾਨੂੰ ਪਤਾ ਲੱਗਦਾ ਕਿ ਸਾਨੂੰ ਯੂਰੋਲੌਜੀ ਦੇ ਨਾਲ ਰਿਲੇਟਡ ਕੋਈ ਸਮੱਸਿਆ ਹੋ ਗਈ ਹੈ। ਸੁਨੀਲ ਜੀ ਇਸ ਤਰ੍ਹਾਂ ਹੈ ਕਿ ਕਿਸੇ ਵੀ ਬਿਮਾਰੀ ਦੇ ਜਿਹੜੇ ਲੱਛਣ ਨੇ ਪਹਿਲੀ ਗੱਲ ਤਾਂ ਉਹ ਡਿਪੈਂਡ ਕਰਦਾ ਕਿ ਉਹ ਕਿਸ ਆਰਗਨ ਦੇ ਵਿੱਚ ਨੇ। ਜਿੱਦਾਂ ਮੈਂ ਤੁਹਾਨੂੰ ਦੱਸਿਆ ਯੂਰੋਲਜਿਸਟ ਜਿਹੜਾ ਹੈ ਉਹ ਡੀਲ ਕਰਦਾ ਹੈ ਤੁਹਾਨੂੰ ਕਿਡਨੀ ਦੀ ਪ੍ਰੋਬਲਮਸ ਲਈ, ਤੁਹਾਨੂੰ ਯੂਰਿਨਰੀ ਸਿਸਟਮ, ਬਲੈਡਰ, ਪ੍ਰੋਸਟੇਟ ਤੇ ਜੈਨਾਈਟਲ ਆਰਗਨਸ ਦੇ ਜਿਹੜੀਆਂ ਡਿਜ਼ੀਜ਼ਸ ਨੇ ਉਹਨਾਂ ਦੇ ਨਾਲ ਡੀਲ ਕਰਦਾ ਹੈ। ਹੁਣ ਅਗਰ ਤੁਹਾਨੂੰ ਫੋਰ ਐਗਜ਼ਾਮਪਲ ਕੋਈ ਇਹਨਾਂ ਆਰਗਨਸ ਦੇ ਵਿੱਚ ਟਿਊਮਰ ਹੈ, ਕੈਂਸਰ ਹੈ, ਤੇ ਉਹਦੇ ਰਿਲੇਟਡ ਸਿੰਪਟਮਸ ਜਿਹੜੇ ਨੇ ਉਹ ਡਿਫਰੈਂਟ ਹੈ। ਜਿਵੇਂ ਕਿ ਤੁਹਾਨੂੰ ਪਿਸ਼ਾਬ ਦੇ ਵਿੱਚ ਬਲੱਡ ਆਉਣਾ ਜਾਂ ਪੇਟ ਦੇ ਵਿੱਚ ਦਰਦ ਹੋਣਾ ਜਾਂ ਕੋਈ ਸਵੈਲਿੰਗ ਹੋਣਾ ਜਾਂ ਪਿਸ਼ਾਬ ਦਾ ਰੁਕ ਜਾਣਾ। ਇਸੇ ਪ੍ਰਕਾਰ ਨਾਲ ਅਗਰ ਤੁਹਾਨੂੰ ਯੂਰਿਨਰੀ ਸਟੋਨ ਦੀ ਪ੍ਰੋਬਲਮ ਹੈ ਤਾਂ ਉਹਨਾਂ ਦਾ ਮੋਸਟ ਕਾਮਨ ਜਿਹੜੇ ਸਿੰਪਟਮ ਨੇ ਉਹਦੇ ਵਿੱਚ ਪੇਨ ਹੁੰਦਾ ਹੈ, ਪਿਸ਼ਾਬ 'ਚ ਇਨਫੈਕਸ਼ਨ ਹੋਣਾ, ਪਿਸ਼ਾਬ ਦੇ ਵਿੱਚ ਬਲੱਡ ਆਉਣਾ ਜਾਂ ਪਿਸ਼ਾਬ ਦਾ ਕਈ ਵਾਰ ਰੁਕ ਜਾਣਾ ਵੀ ਇਹਨਾਂ ਦੇ ਸਿੰਪਟਮਸ 'ਚ ਹੁੰਦਾ ਹੈ। ਜਿਹੜੇ ਅਦਰ ਕਾਮਨ ਸਿੰਪਟਮਸ ਨੇ ਫੋਰ ਐਗਜ਼ਾਮਪਲ ਯੂਰਿਨਰੀ ਟਰੈਕਟ ਇਨਫੈਕਸ਼ਨਸ ਜਿਹੜੀਆਂ ਨੇ ਉਹ ਪਬਲਿਕ ਦੇ ਵਿੱਚ ਕਾਫੀ ਕਾਮਨ ਨੇ, ਤੇ ਉਹਨਾਂ ਦੇ ਸਿੰਪਟਮ ਯੂਜਲੀ ਹੁੰਦੇ ਨੇ ਪਿਸ਼ਾਬ ਦੇ ਵਿੱਚ ਜਲਨ ਹੋਣਾ ਜਾਂ ਬਾਰ-ਬਾਰ ਪਿਸ਼ਾਬ ਦਾ ਆਉਣਾ ਜਾਂ ਲੀਕੇਜ ਹੋਣਾ ਜਾਂ ਫੀਵਰ ਵਗੈਰਾ ਆਉਣਾ। ਅੱਜ ਕੱਲ੍ਹ ਦੇ ਟਾਈਮ ਦੀ ਗੱਲ ਕਰੀਏ ਤੇ ਸਭ ਤੋਂ ਜ਼ਿਆਦਾ ਕਿਹੜੀ ਪ੍ਰੋਬਲਮ ਕਾਮਨ ਹੋ ਰਹੀ ਹੈ ਯੂਰੋਲੌਜੀ ਦੀ? देखिए सब तो ज़्यादा जिदा हुण असी प्रैक्टिस विच डेली वी सी लॉट ऑफ पेशेंट्स इन दी OPD, तो मोस्ट कॉमनली नंबर 1 जे मैं गल करां तो साडे कोल UTI यूरिनरी स्टोन डिजीज़ एंड प्रोस्टेट एंड फीमेल यूरिनरी ट्रैक्ट इन्फेक्शनस, फीमेल्स दा यूरिन लीक होण ਦੀਆਂ ਜਿਹੜੀਆਂ ਪ੍ਰੋਬਲਮਸ ਨੇ ਇਹ ਅਸੀਂ ਕਾਮਨਲੀ ਜਿਹੜੀਆਂ OPD ਦੇ ਵਿੱਚ ਦੇਖਦੇ ਹਾਂ। UTI ਦੇ ਨਾਲ ਇੱਕ ਮਿਥ ਜੁੜਿਆ ਹੋਇਆ ਹੈ ਕਿ ਜਦੋਂ ਅਸੀਂ ਪਬਲਿਕ ਟਾਇਲਟ ਯੂਜ਼ ਕਰਦੇ ਹਾਂ ਤਾਂ ਹੀ ਸਾਨੂੰ ਇਨਫੈਕਸ਼ਨ ਹੁੰਦਾ। ਜਦੋਂ ਕਿਸੇ ਨੂੰ ਇਹ ਪ੍ਰੋਬਲਮ ਆਉਂਦੀ ਉਹ ਕਹਿੰਦਾ ਮੈਂ ਤਾਂ ਪਬਲਿਕਲੀ ਕੁਝ ਯੂਜ਼ ਹੀ ਨਹੀਂ ਕੀਤਾ। ਇੱਕ ਮਿਥ ਬਣਿਆ ਹੋਇਆ, ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਨਹੀਂ, ਮੈਂ ਇਹਦੇ ਬਾਰੇ ਸਵਲੀਨ ਜੀ ਕਹਾਂਗਾ ਕਿ ਇਹ ਪਿਓਰਲੀ ਮਿਥ ਵੀ ਨਹੀਂ ਹੈ।
ਸੋ ਬੇਸਿਕਲੀ ਪਬਲਿਕ ਟਾਇਲਟਸ ਜਿਹੜੀਆਂ ਨੇ ਉਹਨਾਂ ਨੂੰ ਯੂਜ਼ ਕਰਨ ਨਾਲ ਕੀ ਹੁੰਦਾ ਹੈ ਕਿ ਇੱਕ ਤਾਂ ਮਲਟੀਪਲ ਤਰ੍ਹਾਂ ਦੇ ਲੋਕ ਜਿਹੜੇ ਨੇ ਡਿਫਰੈਂਟ ਲੈਵਲ ਆਫ ਹਾਈਜੀਨ ਵਾਲੇ ਲੋਕ ਉਹਨੂੰ ਯੂਜ਼ ਕਰਦੇ ਨੇ ਤੇ ਇਹ ਬੜਾ ਆਬਵੀਅਸ ਹੈ ਕਿ ਉੱਥੋਂ ਤੁਹਾਨੂੰ ਇਨਫੈਕਸ਼ਨ ਦੇ ਚਾਂਸਸ ਹੋ ਸਕਦੇ ਨੇ ਸਪੈਸ਼ਲੀ ਫੀਮੇਲਸ ਦੇ ਵਿੱਚ ਬਿਕੋਜ਼ ਪਬਲਿਕ ਟਾਇਲਟਸ ਜਿਹੜੀਆਂ ਨੇ ਜਦੋਂ ਤੁਸੀਂ ਇੱਕ ਫੀਮੇਲ ਜਦੋਂ ਬੀਇੰਗ ਅ ਫੀਮੇਲ ਤੁਸੀਂ ਟਾਇਲਟ ਯੂਜ਼ ਕਰਨ ਜਾਂਦੇ ਹੋ ਤਾਂ ਇਟ ਇਜ਼ ਆਬਵੀਅਸ ਦੈਟ ਜਿਹੜਾ ਲੋਕਲ ਏਰੀਆ ਹੈ ਟਾਇਲਟਸ ਦੇ ਵਿੱਚ ਉਹਦੇ ਨਾਲ ਟੱਚ ਜਿਹੜਾ ਹੈ ਉਹ ਕਿਤੇ ਨਾ ਕਿਤੇ ਬੋਡੀ ਦਾ ਕੰਟੈਕਟ ਹੋਣਾ ਹੈ ਜੀ ਤੇ ਉਹਦੇ ਨਾਲ ਕੀ ਹੁੰਦਾ ਕਿ ਫੀਮੇਲਸ ਦੇ ਵਿੱਚ ਜਿਹੜਾ ਯੂਰਿਨ ਪੈਸੇਜ ਹੁੰਦਾ ਜਿਹਨੂੰ ਅਸੀਂ ਯੂਰੇਥਰਾ ਬੋਲਦੇ ਹਾਂ ਦੈਟ ਇਜ਼ ਸ਼ਾਰਟਰ ਦੈਨ ਐਜ਼ ਕੰਪੇਅਰ ਟੂ ਦੀ ਮੇਲਸ ਅਰਾਊਂਡ 4 ਸੈਂਟੀਮੀਟਰ ਜਿਹੜੀ ਫੀਮੇਲ ਯੂਰੇਥਰਾ ਦੀ ਲੈਂਥ ਹੁੰਦੀ ਹੈ ਤੇ ਇਸ ਲਈ ਬੈਕਟੀਰੀਆ ਨੇ ਜਿਹੜੇ ਇਨਫੈਕਸ਼ੀਅਸ ਏਜੰਟਸ ਨੇ ਉਹਨਾਂ ਲਈ ਬੜਾ ਈਜ਼ੀ ਹੈ ਟਰੈਵਲ ਕਰਨਾ ਇਨਟੂ ਦੀ ਬਲੈਡਰ ਐਂਡ ਤੁਹਾਡੀਆਂ ਕਿਡਨੀਜ਼ ਤੱਕ तो पब्लिक टॉयलेट्स ਨੂੰ ਯੂਜ਼ ਕਰਨਾ ਪਿਓਰਲੀ ਮਿਥ ਨਹੀਂ ਹੈ ਕਿ ਉਹਦੇ ਨਾਲ ਇਨਫੈਕਸ਼ਨ ਜਿਹੜੇ ਹੈ ਵੱਧਦਾ ਹੈ ਉਹਦੇ ਨਾਲ ਇਨਫੈਕਸ਼ਨ ਦੇ ਚਾਂਸਸ ਜ਼ਰੂਰ ਵੱਧਦੇ ਨੇ ਸਪੈਸ਼ਲੀ ਇਨ ਫੀਮੇਲਸ। ਜੇ ਆਪਾਂ ਸਟੋਨ ਦੀ ਗੱਲ ਕਰੀਏ ਤੇ ਪਹਿਲਾਂ ਕਦੀ ਸੁਣੀਦਾ ਸੀ ਕਿਸੇ ਨੂੰ ਸਟੋਨ, ਹੁਣ ਜਦੋਂ 10 ਬੰਦੇ ਬੈਠੇ ਹੁੰਦੇ ਉਹਨਾਂ ਚੋਂ 5 ਨੂੰ ਸਟੋਨ ਹੁੰਦੀ ਹੈ। ਮਤਲਬ ਐਡੀ ਕਾਮਨ ਕਿੱਦਾਂ ਹੋ ਗਈ? ਕਿਹੜੀਆਂ ਅਣਗਹਿਲੀਆਂ ਨੇ ਜਿਹਦੇ ਕਰਕੇ ਅਸੀਂ ਪੱਥਰੀ ਦੀ ਸਮੱਸਿਆ ਨਾਲ ਜੂਝ ਰਹੇ ਹਾਂ ਅੱਜ ਕੱਲ੍ਹ? ਇਹ ਬੜਾ ਇੰਪੋਰਟੈਂਟ ਕੁਐਸਚਨ ਹੈ ਸਵਲੀਨ ਜੀ। ਕੀ ਹੋਇਆ ਹੈ ਕਿ ਓਵਰ ਲਾਸਟ ਡਿਕੇਡ ਜਾਂ 15-20 ਸਾਲ ਦੇ ਵਿੱਚ ਜੇ ਅਸੀਂ ਦੇਖੀਏ ਤੇ ਸਾਡੀਆਂ ਜਿਹੜੀਆਂ ਈਟਿੰਗ ਹੈਬਿਟਸ ਜਿਹੜੀਆਂ ਨੇ ਐਂਡ ਸਾਡਾ ਜਿਹੜਾ ਲਾਈਫ ਸਟਾਈਲ ਹੈ ਉਹ ਬਹੁਤ ਚੇਂਜ ਹੋਇਆ ਹੈ। ਮਤਲਬ ਇੱਕ ਬਹੁਤ ਹੀ ਡਿਫਰੈਂਟ ਲੈਵਲ ਦਾ ਚੇਂਜ ਆਇਆ ਹੈ। ਜੇ ਮੈਂ ਪਹਿਲਾਂ ਈਟਿੰਗ ਹੈਬਿਟਸ ਦੀ ਗੱਲ ਕਰਾਂ ਤੇ ਬੱਚਿਆਂ ਤੋਂ ਹੀ ਜਿਹੜਾ ਸਾਡਾ ਮੋਰ ਆਫ ਜੰਕ ਫੂਡ ਜਿਹੜਾ ਆ ਗਿਆ ਬਿਕੋਜ਼ ਇਟ ਇਜ਼ ਈਜ਼ੀਅਰ ਟੂ ਕੈਰੀ ਖਾਣਾ ਈਜ਼ੀ ਹੈ। ਯੂ ਕੈਨ ਹੈਵ ਇਟ ਇਨ ਯੋਰ ਕਾਰ, ਯੂ ਕੈਨ ਹੈਵ ਇਟ ਇਨ ਦਾ ਪਾਰਕ, ਯੂ ਕੈਨ ਹੈਵ ਇਟ ਇਨ ਯੋਰ ਹੋਮ ਤੇ ਤੁਹਾਨੂੰ ਸਭ ਡਿਸਪੋਜ਼ੇਬਲਸ ਦੇ ਵਿੱਚ ਪੈਕਡ ਫੂਡ ਤੁਹਾਨੂੰ ਮਿਲਦਾ ਹੈ। तो जंक फूड ਜਿਹੜਾ ਹੈ ਨੰਬਰ 1 ਜਿਹੜਾ ਹੈ ਤੁਹਾਨੂੰ ਇਹ ਪ੍ਰੋਬਲਮ ਸਟਾਰਟ ਕਰਦਾ ਹੈ। ਫੋਰ ਐਗਜ਼ਾਮਪਲ ਓਬੈਸਿਟੀ ਹੁੰਦੀ ਹੈ ਉਹਦੇ ਨਾਲ, ਮੋਰ ਆਫ ਸਾਲਟ ਗੋਜ਼ ਇਨਟੂ ਦ ਬੋਡੀ ਤੇ ਤੁਹਾਨੂੰ ਹਾਈਪਰਟੈਂਸ਼ਨ ਹਾਈ ਬੀਪੀ ਹੁੰਦਾ ਹੈ। ਇਹ ਜਿਹੜੀਆਂ ਪ੍ਰੋਬਲਮਸ ਨੇ ਇਹ ਰਿਸਕ ਫੈਕਟਰਸ ਨੇ ਤੁਹਾਨੂੰ ਸਟੋਨ ਬਣਨ ਲਈ। ਤੁਹਾਡਾ ਅਗਰ weight ਜ਼ਿਆਦਾ ਹੈ, ਅਨਹੈਲਦੀ ਲਾਈਫ ਸਟਾਈਲ ਹੈ, ਫਿਰ ਵੀ ਆਰ ਨਾਓ ਐਡਿਕਟਡ ਟੂ ਦੀ ਇੰਟਰਨੈਟ। ਸਾਡਾ ਜਿਹੜਾ ਫਿਜ਼ੀਕਲ ਵਰਕਆਊਟ ਫਿਜ਼ੀਕਲ ਗੇਮਸ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਸਾਡਾ ਰਾਈਟ ਤੋ ਸਾਡਾ ਜਿੱਦਾਂ ਅਸੀਂ ਗੱਲ ਕਰੀਏ ਕਿ ਅਸੀਂ ਵੀ ਬਹੁਤ ਸਾਰੇ ਜਿਹੜੇ ਆ ਬੱਚੇ ਜਾਂ ਅਡਲਟਸ ਵੀ ਅਸੀਂ ਪੇਸ਼ੈਂਟਸ ਜਿਹੜੇ ਨੇ ਅਸੀਂ ਓਪੀਡੀ 'ਚ ਦੇਖਦੇ ਹਾਂ ਜਿਹਨਾਂ ਦਾ ਕਿ ਲਾਈਫ ਸਟਾਈਲ ਇਸ ਤਰ੍ਹਾਂ ਹੈ ਕਿ ਪਹਿਲਾਂ ਅੱਜ ਤੋਂ 10 ਸਾਲ ਪਹਿਲਾਂ ਕੀ ਹੁੰਦਾ ਸੀਗਾ ਕਿ ਫੀਲਡ ਗੇਮਸ ਹੁੰਦੀਆਂ ਸੀ ਸਕੂਲਾਂ ਦੇ ਵਿੱਚ ਵੀ। ਅੱਜ ਕੱਲ੍ਹ ਜਿਹੜੀਆਂ ਆਲ ਟੂਗੈਦਰ ਗੇਮਸ ਜਿਹੜੀਆਂ ਉਹ ਸ਼ਿਫਟ ਹੋ ਗਈਆਂ ਨੇ ਆਨਲਾਈਨ ਗੇਮਿੰਗ ਦੇ ਉੱਤੇ। ਸੋ ਦੇयर इज नो ਫਿਜ਼ੀਕਲ ਐਕਟੀਵਿਟੀ। ਸੋ ਤੁਹਾਡਾ ਬੋਡੀ weight ਜਿਹੜਾ ਹੈ ਉਹ ਹੌਲੀ ਹੌਲੀ ਵੱਧਦਾ ਜਾ ਰਿਹਾ ਹੈ, ਤੁਹਾਡਾ ਬਲੱਡ ਪ੍ਰੈਸ਼ਰ ਵੱਧਦਾ ਜਾ ਰਿਹਾ ਬੇਸਲਾਈਨ। ਸੋ ਥੀਸ ਆਰ ਦ ਪ੍ਰੋਬਲਮਸ ਜਿਹੜੀਆਂ ਕਿ ਰਿਸਕ ਫੈਕਟਰ ਹੈਗੀਆਂ, ਰੂਟ ਕਾਜ਼ ਹੈਗੀਆਂ ਨੇ ਫॉर ਫਰਦਰ ਸਟੋਨ ਫਾਰਮੇਸ਼ਨ। ਤੁਹਾਡੇ ਕੋਲ ਬੜੇ ਪੇਸ਼ੈਂਟ ਆਉਂਦੇ ਹੋਣੇ, ਬੀਬੀਆਂ ਕਹਿੰਦੀਆਂ ਹੋਣੀ ਡਾਕਟਰ ਸਾਹਿਬ ਮੈਂ ਤਾਂ ਖਾਰੇ ਬੜੇ ਪੀਂਦੀ ਸੀ, ਮੇਰੇ ਸਟੋਨ ਕਿੱਦਾਂ ਹੋ ਗਈ? ਤੇ ਬੰਦੇ ਕਹਿੰਦੇ ਹੋਣੇ ਵੀ ਮੈਂ ਤਾਂ ਰੋਜ਼ ਬੀਅਰ ਦਾ ਇੱਕ ਕੈਨ ਪੀਂਦਾ ਸੀ, ਮੇਰੇ ਸਟੋਨ ਕਿੱਦਾਂ ਹੋ ਗਈ? ਕੋਈ ਕਹਿੰਦਾ ਹੋਣਾ ਮੈਂ ਪਾਣੀ ਬੜਾ ਪੀਂਦਾ। ਇਹਦੇ ਵਿੱਚ ਮਿਥ ਕਿੰਨਾ ਕੁ ਹੈ ਤੇ ਸੱਚਾਈ ਕਿੰਨਾ ਹੈ? ਕਿਉਂਕਿ ਮੋਸਟਲੀ ਲੋਕਾਂ ਨੂੰ ਇਦਾਂ ਲੱਗਦਾ ਕਿ ਖਾਰੇ ਤੇ ਬੀਅਰ ਪੀਣ ਦੇ ਨਾਲ ਪੱਥਰੀ ਨਹੀਂ ਹੁੰਦੀ। ਨਹੀਂ, ਇਹ ਸਵਲੀਨ ਜੀ ਪਿਓਰਲੀ ਮੈਂ ਕਹਾਂਗਾ ਮਿਥ ਹੈ। ਜੇ ਅਸੀਂ ਸਭ ਤੋਂ ਪਹਿਲਾਂ ਖਾਰੇ ਦੀ ਗੱਲ ਕਰੀਏ ਸੋ ਵਾਟ ਇਜ਼ ਖਾਰਾ? ਖਾਰਾ ਬੇਸਿਕਲੀ ਇਜ਼ ਅ ਕਾਰਬੋਨੇਟਡ ਡਰਿੰਕ ਹੈ। ਸੋ ਉਹਦੇ ਵਿੱਚ ਕਾਰਬਨ ਡਾਈਆਕਸਾਈਡ ਹੈ ਵਿਚ ਮੇਕਸ ਦ ਡਰਿੰਕ ਐਸਿਡਿਕ। ਸੋ ਉਹਦੇ ਐਕਸੈਸਿਵ ਕੰਜ਼ੰਪਸ਼ਨ ਦੇ ਨਾਲ ਕੀ ਹੁੰਦਾ ਹੈ ਕਿ ਇਟ ਇੰਟਰਫੇਅਰਸ ਵਿਦ ਯੋਰ ਬਲੱਡ ਐਂਡ ਯੂਰਿਨ ਦੀ ਪੀਐਚ ਬੈਲੈਂਸ ਦੇ ਨਾਲ ਜਿਹੜਾ ਹੈ ਉਹ ਉਹਦੇ 'ਚ ਇੰਬੈਲੈਂਸ ਕਰਦਾ ਹੈ ਜੀ। ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੇ ਤੁਹਾਨੂੰ ਯੂਰਿਨ ਦੇ ਵਿੱਚ ਸਟੋਨ ਬਣਨੇ ਨੇ ਉਹ ਉਹਨਾਂ ਦਾ ਮੇਨ ਫੈਕਟਰ ਇਹ ਹੁੰਦਾ ਹੈ ਕਿ ਤੁਹਾਡੇ ਯੂਰਿਨ ਦੀ ਪੀਐਚ ਕਿੰਨੀ ਹੈ। ਸੋ ਕੁਝ ਸਾਲਟ ਜਿਹੜੇ ਨੇ ਉਹ ਕੁਝ ਇੱਕ ਸਰਟਨ ਪੀਐਚ ਦੇ ਉੱਤੇ ਸੋਲੂਬਿਲਿਟੀ ਉਹਨਾਂ ਦੀ ਜ਼ਿਆਦਾ ਹੋ ਜਾਂਦੀ ਹੈ ਜਾਂ ਘਟ ਜਾਂਦੀ ਹੈ ਤੇ ਇਸ ਕਰਕੇ ਖਾਰਾ ਐਕਸੈਸਿਵ ਇਨਟੇਕ ਜਿਹੜਾ ਹੈ ਇਟ ਇਜ਼ ਨਾਟ ਸੇਫ ਫॉर ਯੋਰ ਬੋਡੀ। ਖਾਰਾ ਯੂਜੂਲੀ ਲੋਕ ਪੀਂਦੇ ਨੇ ਕਿ ਅਸੀਂ ਸਟੋਨ ਨੂੰ ਪਾਸ ਕਰ ਦਈਏ। ਤਾਂ ਜਿਹੜੇ ਸਟੋਨ ਛੋਟੇ ਖਾਰਾ ਨਾਲ ਪਾਸ ਹੋਣੇ ਹੈ ਉਹ ਤੁਹਾਨੂੰ ਪਲੇਨ ਵਾਟਰ ਨਾਲ ਵੀ ਪਾਸ ਹੋ ਜਾਣੇ ਆ। ਸੇਮ ਗੋਜ਼ ਵਿਦ ਦ ਬੀਅਰ ਆਲਸੋ। ਸੋ ਬੀਅਰ ਇੱਕ ਐਲਕੋਹਲਿਕ ਡਰਿੰਕ ਹੈ ਨੰਬਰ 1 ਵਿਚ ਇਜ਼ ਨਾਟ ਸੇਫ ਫॉर ਯੋਰ ਬੋਡੀ। ਨੰਬਰ 2 ਤੁਸੀਂ ਉਹ ਇਸ ਲਈ ਪੀਂਦੇ ਹੋ ਤਾਂ ਕਿ ਤੁਹਾਡਾ ਯੂਰਿਨ ਦਾ ਪ੍ਰੋਡਕਸ਼ਨ ਵਧੇ। ਤਾਂ ਯੂਰਿਨ ਦਾ ਪ੍ਰੋਡਕਸ਼ਨ ਅਗਰ ਬੀਅਰ ਨਾਲ ਵਧੇਗਾ ਤਾਂ ਤੁਸੀਂ ਐਕਸੈਸਿਵ ਅਮਾਉਂਟ ਆਫ ਪਲੇਨ ਵਾਟਰ ਲੈ ਕੇ ਵੀ ਆਪਣਾ ਯੂਰਿਨ ਦਾ ਪ੍ਰੋਡਕਸ਼ਨ ਯੂਰਿਨ ਦਾ ਫਲੋ ਜਿਹੜਾ ਵਧਾ ਸਕਦੇ ਹੋ। ਉਹਦੇ ਲਈ ਤੁਹਾਨੂੰ ਬੀਅਰ ਜਾਂ ਅਦਰ ਐਲਕੋਹਲਿਕ ਡਰਿੰਕਸ ਲੈਣ ਦੀ ਜ਼ਰੂਰਤ ਨਹੀਂ ਹੈ। ਜੇ ਕਿਸੇ ਨੂੰ ਸਟੋਨ ਹੋ ਜਾਵੇ ਤੇ ਉਹਨੂੰ ਕੀ ਕਰਨਾ ਚਾਹੀਦਾ? ਦੇਖੋ ਸਟੋਨ ਹੋ ਜਾਏ ਸਭ ਤੋਂ ਪਹਿਲਾਂ ਤਾਂ ਉਹਨੂੰ ਇਹ ਪਤਾ ਕਿਸ ਤਰ੍ਹਾਂ ਲੱਗੇਗਾ ਹੈ ਨਾ। ਪਤਾ ਇਸ ਤਰ੍ਹਾਂ ਲੱਗੇਗਾ ਕਿ ਕਾਮਨ ਸਿੰਪਟਮ ਜਿਹੜਾ ਹੈ ਸਟੋਨ ਹੋਣ ਦਾ ਦੈਟ ਇਜ਼ ਪੇਨ। ਸੋ ਪੇਨ ਹੁੰਦੀ ਹੈ ਤੁਸੀਂ ਆਪਣੇ ਯੂਰੋਲੋਜਿਸਟ ਕੋਲ ਜਾਂਦੇ ਹੋ। ਯੂਰੋਲੋਜਿਸਟ ਤੁਹਾਡੇ ਕੁਝ ਟੈਸਟ ਕਰਦੇ ਨੇ ਇਨਕਲੂਡਿੰਗ ਅ ਸਕੈਨ, ਤੁਹਾਡਾ ਸਕੈਨ ਵੀ ਕਰਦੇ ਨੇ। ਫਿਰ ਡਿਪੈਂਡ ਕਰਦਾ ਹੈ ਉਹਦਾ ਟ੍ਰੀਟਮੈਂਟ ਜਿਹੜਾ ਹੈ ਸਟੋਨ ਦੇ ਸਾਈਜ਼ ਉੱਪਰ, ਉਹਦੀ ਲੋਕੇਸ਼ਨ ਦੇ ਉੱਪਰ, ਉਹਦੀ ਹਾਰਡਨੈਸ ਦੇ ਉੱਪਰ ਡਿਪੈਂਡ ਕਰਦਾ ਹੈ ਕਿ ਤੇ ਪੇਸ਼ੈਂਟ ਦੀਆਂ ਐਕਸਪੈਕਟੇਸ਼ਨਸ ਕਿੰਨੀਆਂ ਨੇ ਉਹਨਾਂ ਤੇ ਵੀ ਡਿਪੈਂਡ ਕਰਦਾ ਹੈ। ਫੋਰ ਐਗਜ਼ਾਮਪਲ ਇੱਕ ਕੋਈ ਸਟੋਨ ਹੈ ਜਿਹੜਾ ਕਿਡਨੀ ਦੇ ਵਿੱਚ ਸਮਾਲ ਸਟੋਨ ਪਿਆ ਹੋਇਆ ਹੈ, ਕਿਡਨੀ ਨੂੰ ਬਲੌਕ ਨਹੀਂ ਕਰ ਰਿਹਾ, very occasionally pain ਕਰ ਰਿਹਾ, that may not need any treatment. But on the other hand ਅਗਰ ਕੋਈ ਸਟੋਨ ਜਿਹੜਾ ਹੈ ਉਹ ਤੁਹਾਡੀਆਂ ਪਿਸ਼ਾਬ ਦੇ ਰਸਤੇ ਨੂੰ ਬਲੌਕ ਕਰ ਰਿਹਾ ਹੈ ਜਾਂ ਪੇਸ਼ੈਂਟ ਨੂੰ ਬਲੱਡ ਯੂਰਿਨ ਦੇ ਵਿੱਚ ਪ੍ਰੋਡਿਊਸ ਕਰ ਰਿਹਾ ਹੈ ਜਾਂ ਪੇਸ਼ੈਂਟ ਨੂੰ ਇਨਫੈਕਸ਼ਨ ਹੋ ਰਿਹਾ ਉਹਦੇ ਨਾਲ ਬਾਰ-ਬਾਰ, ਕਿਡਨੀ ਦੇ ਫੰਕਸ਼ਨ ਨੂੰ ਡਿਟੀਰੀਓਰੇਟ ਕਰ ਰਿਹਾ ਹੈ ਤੇ ਇਟ ਨੀਡਸ ਇਮੀਡੀਏਟ ਐਂਡ ਔਰ ਅਰਜੈਂਟ ਟ੍ਰੀਟਮੈਂਟ।
ਜਿਹੜੀ ਚੀਜ਼ ਮੈਂ ਦੇਖੀ ਆਪਣੇ ਐਕਸਪੀਰੀਅੰਸ 'ਚ, ਇੱਕ ਸਵਾਲ ਪੁੱਛਣ ਲੱਗੀ, ਆਮ ਤੌਰ ਤੇ ਪਿੰਡਾਂ 'ਚ ਬੀਬੀਆਂ ਕਹਿੰਦੀਆਂ ਵੀ ਉਹ ਫਲਾਨੀ ਦੁਕਾਨ ਤੇ ਨਾ ਇੱਕ ਲੀੜੇ ਵੇਚਦਾ ਭਾਈ, ਤੇ ਉਹ ਪੱਥਰੀ ਦੀ ਦਵਾਈ ਦਿੰਦਾ ਹੈ, ਉਹਨੂੰ ਖੱਟੀ ਜਿਹੀ ਲੱਸੀ 'ਚ ਘੋਲ ਕੇ ਪੀਣਾ। ਬਹੁਤ ਸਾਰੇ ਸਾਡੇ ਲੋਕ ਹੈ ਵੀ ਉਹ ਇਦਾਂ ਦਾ ਟ੍ਰੀਟਮੈਂਟ ਲੈ ਰਹੇ, ਇਹ ਟਾਈਮ ਵੇਸਟਿੰਗ ਹੈ, ਇਹਨਾਂ ਲਈ ਕੀ ਮੈਸੇਜ ਦੇਣਾ ਚਾਹੋਗੇ? ਤੁਸੀਂ ਬਿਲਕੁਲ ਠੀਕ ਕਿਹਾ ਸਵਲੀਨ ਜੀ। ਐਕਚੁਅਲੀ ਸਾਡੇ ਕੋਲ ਵੀ ਕਾਮਨ ਪ੍ਰੈਕਟਿਸ ਦੇ ਵਿੱਚ ਵੀ ਸੀ ਲੋਟ ਆਫ ਸੱਚ ਪੇਸ਼ੈਂਟਸ ਐਂਡ ਵੀ ਹੀਅਰ ਲੋਟ ਆਫ ਸੱਚ ਸਟੋਰੀਜ਼। ਸੋ ਐਜ਼ ਆਫ ਨਾਓ ਵੀ ਡੂ ਨਾਟ ਹੈਵ ਐਨੀ ਸਾਇੰਟੀਫਿਕ ਐਵੀਡੈਂਸ ਕਿ ਇਹੋ ਜਿਹੀਆਂ ਚੀਜ਼ਾਂ ਜਾਂ ਇਹੋ ਜਿਹੇ ਟੋਟਕੇ ਜਾਂ ਇਹੋ ਜਿਹੀਆਂ ਮੈਡੀਕੇਸ਼ਨਸ, ਆਲਟਰਨੇਟਿਵ ਮੈਡੀਕੇਸ਼ਨ ਵਿਚ ਵੀ ਕਾਲ them, ਉਹ ਕਿਸੇ ਉਹਨਾਂ ਦਾ ਸਾਇੰਟੀਫਿਕ ਬੇਸਿਸ ਨਹੀਂ ਹੈ ਕਿ ਉਹ ਸਟੋਨਸ ਲਈ ਫਾਇਦੇਮੰਦ ਨੇ ਜਾਂ ਉਹਨਾਂ ਦਾ ਟ੍ਰੀਟਮੈਂਟ ਕਰਦੀਆਂ ਨੇ। ਵੀ ਡੂ ਨਾਟ ਹੈਵ ਐਨੀ ਸਾਇੰਟੀਫਿਕ ਬੇਸਿਸ ਫॉर them। ਦੀ ਅਦਰ ਥਿੰਗ ਇਜ਼ ਕਿ ਸਾਨੂੰ ਉਹਨਾਂ ਦਾ ਐਕਚੁਅਲ ਕੰਟੈਂਟ ਨਹੀਂ ਪਤਾ, ਉਹਦੇ ਵਿੱਚ ਕਿਹੜੀ ਮੈਡੀਕੇਸ਼ਨ ਹੈ, ਵੀ ਡੂ ਨਾਟ ਨੋ ਜੀ। ਸੋ ਇਸ ਲਈ ਅਸੀਂ ਐਜ਼ ਡਾਕਟਰਸ ਰეკਮੈਂਡ ਨਹੀਂ ਕਰਦੇ ਹਾਂ ਆਲਟਰਨੇਟਿਵ ਮੈਡੀਕੇਸ਼ਨ ਦਾ ਯੂਜ਼, ਬਿਕੋਜ਼ ਸਾਨੂੰ ਕੰਟੈਂਟ ਹੀ ਨਹੀਂ ਪਤਾ ਤੇ ਉਹ ਸਾਡੀ ਬੋਡੀ ਲਈ ਹਾਰਮਫੁਲ ਵੀ ਹੋ ਸਕਦੀ ਹੈ ਜੀ। ਤੁਸੀਂ ਕਿਹਾ ਕਿ ਲਿਕੁਇਡ ਦੀ ਕੁਆਂਟੀਟੀ ਜਿਹੜੀ ਉਹ ਵਧਾਉਣੀ ਚਾਹੀਦੀ। ਇੱਥੇ ਮੈਂ ਹੁਣ ਪਾਣੀ ਦੀ ਗੱਲ ਕਰਨਾ ਚਾਹੂੰਗੀ। ਪਾਣੀ ਨੂੰ ਲੈ ਕੇ ਬਹੁਤ ਸਾਰੀਆਂ ਥਿਊਰੀਜ਼ ਨੇ। ਕੋਈ ਕਹਿੰਦਾ ਕਿ weight ਦੇ ਅਕੋਰਡਿੰਗ ਪੀਣਾ ਚਾਹੀਦਾ, ਕੋਈ ਕਹਿੰਦਾ ਇੰਨਾ ਪੀਓ ਇੰਨਾ ਉਹ। ਐਕਚੁਅਲੀ ਵਿੱਚ ਬੰਦੇ ਨੂੰ ਪਾਣੀ ਕਿੰਨਾ ਪੀਣਾ ਚਾਹੀਦਾ ਇੱਕ ਹੈਲਦੀ ਪਰਸਨ ਨੂੰ ਦਿਨ ਦੇ ਵਿੱਚ? ਦੇਖੋ ਇਸ ਤਰ੍ਹਾਂ ਹੈ ਕਿ ਇਹ ਗੱਲ ਤੁਸੀਂ ਠੀਕ ਕਹੀ ਹੈ ਕਿ ਜਿਹੜਾ ਵਾਟਰ ਤੁਹਾਡੀ ਬੋਡੀ ਨੂੰ ਚਾਹੀਦਾ ਹੈ ਉਹ ਕੁਝ ਫੈਕਟਰਸ ਤੇ ਡਿਪੈਂਡ ਕਰਦਾ ਹੈ। ਨੰਬਰ 1 ਤੁਹਾਡੇ ਬੋਡੀ weight ਦੇ ਉੱਪਰ, ਤੁਹਾਡਾ ਬੋਡੀ weight ਕਿੰਨਾ ਹੈ, ਤੁਹਾਡੀ ਉਸ ਦੇ ਅਕੋਰਡਿੰਗ ਰਿਕੁਆਇਰਮੈਂਟ ਪਰ 24 ਆਵਰ ਕਿੰਨੀ ਹੈ। ਦੂਸਰਾ ਹੈ ਤੁਸੀਂ ਕਿਸ ਤਰ੍ਹਾਂ ਦਾ ਕੰਮ ਕਰਦੇ ਹੋ, ਤੁਹਾਡਾ ਡੇਲੀ ਰੂਟੀਨ ਕਿਸ ਤਰ੍ਹਾਂ ਦਾ ਹੈ, ਤੁਹਾਡਾ এনवायरमेंटल ਟੈਂਪਰੇਚਰ ਐਂਡ ਹਿਊਮਿਡਿਟੀ ਕਿੰਨੀ ਹੈ, ਜਿਹੜਾ ਕਿ ਇਹ ਡਿਸਾਈਡ ਕਰਦਾ ਹੈ ਕਿ ਤੁਹਾਡੀ ਬੋਡੀ 'ਚੋਂ ਵਾਟਰ ਲਾਸ, ਲਿਕੁਇਡ ਲਾਸ ਕਿੰਨਾ ਹੋਏਗਾ। ਜੀ ਜੀ। ਤੇ ਇਹ ਕਾਫੀ ਸਾਰੇ ਪੇਸ਼ੈਂਟਸ ਦੇ ਨਾਰਮਲ ਪੋਪੂਲੇਸ਼ਨ ਦੇ ਡੇਟਾ ਤੋਂ ਇਹ ਪਤਾ ਲੱਗਿਆ ਹੈ ਕਿ ਇੱਕ ਐਵਰੇਜ 60 to 70 ਕਿਲੋਗ੍ਰਾਮ weight ਦਾ ਜਿਹੜਾ ਅਡਲਟ ਮੇਲ ਜਾਂ ਫੀਮੇਲ ਹੈ, ਉਹਨਾਂ ਦੀ ਰਿਕੁਆਇਰਮੈਂਟ ਫੋਰ ਐਗਜ਼ਾਮਪਲ ਸਾਡੇ ਹੁਣ ਨਾਰਥ ਇੰਡੀਆ ਜਾਂ ਇੰਡੀਅਨ এনवायरमेंट ਦੇ ਟੈਂਪਰੇਚਰ ਦੇ ਹਿਸਾਬ ਨਾਲ ਤਕਰੀਬਨ 3.5 to 4 ਲੀਟਰ ਪਰ ਡੇ ਦੇ ਵਿੱਚ ਆਉਂਦੀ ਹੈ। ਓਕੇ, ਵੈਨ ਵੀ ਸੇ ਦੈਟ ਕਿ 3.5 to 4 ਲੀਟਰ ਆਫ ਲਿਕੁਇਡ, that includes water, that includes ਲੱਸੀ, ਜੂਸ, ਦੁੱਧ ਵਗੈਰਾ ਸਭ ਇਨਕਲੂਡ ਕਰਦੇ हैं। बट यूजली वी एक्सक्लूड सच थिंग्स जो ਤੁਹਾਨੂੰ ਡੀਹਾਈਡਰੇਟ ਕਰਦੀਆਂ ਨੇ। ਫੋਰ ਐਗਜ਼ਾਮਪਲ ਕਾਫੀ, ਟੀ ਹੋ ਗਿਆ ਜਾਂ ਐਲਕੋਹਲ ਹੋ ਗਿਆ, ਇਹਨਾਂ ਚੀਜ਼ਾਂ ਨੂੰ ਅਸੀਂ ਇਨਕਲੂਡ ਨਹੀਂ ਕਰਨਾ ਚਾਹੀਦਾ ਬਿਕੋਜ਼ ਇਹ ਤੁਹਾਨੂੰ ਐਟ ਦਾ ਐਂਡ ਤੁਹਾਨੂੰ ਡੀਹਾਈਡਰੇਟ ਕਰ ਦਿੰਦੀਆਂ। ਬਹੁਤ ਸਾਰੇ ਲੋਕ ਇਹਨੂੰ ਲਿਕੁਇਡ 'ਚ ਹੀ ਮੰਨ ਲੈਂਦੇ ਨੇ। ਇੱਕ ਹੋਰ ਬੜੀ ਕਾਮਨ ਪ੍ਰੋਬਲਮ ਹੈ ਸਟੋਨ ਤੋਂ ਬਾਅਦ ਬੱਚਿਆਂ 'ਚ ਬੈੱਡ ਵੈਟਿੰਗ ਦੀ ਪ੍ਰੋਬਲਮ ਬਹੁਤ ਆ ਰਹੀ ਹੈ। ਇਹ ਡਾਕਟਰ ਸਾਹਿਬ ਕਿੰਨੀ ਕੁ ਉਮਰ ਤੱਕ ਇਹ ਨਾਰਮਲ ਹੈ ਤੇ ਕਿਹੜੀ ਉਮਰ ਤੋਂ ਬਾਅਦ ਫਿਰ ਬੱਚਿਆਂ ਦੇ ਮਾਪਿਆਂ ਨੂੰ ਡਾਕਟਰ ਦੇ ਕੋਲ ਚਲੇ ਜਾਣਾ ਚਾਹੀਦਾ? ਹਾਂ, ਇਹ ਵੀ ਇੱਕ ਬੜਾ ਕਾਮਨ ਪ੍ਰੋਬਲਮ ਹੈ ਜਿਹੜਾ ਕਿ ਪੇਰੈਂਟਸ ਦੇ ਵਿੱਚ ਬੜਾ ਐਂਗਜ਼ਾਈਟੀ ਤੇ ਟੈਨਸ਼ਨ ਕ੍ਰੀਏਟ ਕਰਦਾ ਹੈ ਕਿ ਬੱਚਾ ਜੀ ਬੈੱਡ ਵੈਟਿੰਗ ਕਰੀ ਜਾ ਰਿਹਾ, ਵੱਡਾ ਹੋ ਗਿਆ ਹੈ, ਬਿਟੀਆ ਵੱਡੀ ਹੋ ਗਈ ਹੈ ਤੇ ਅਜੇ ਵੀ ਬੈੱਡ ਵੈਟਿੰਗ ਕਰ ਰਹੀ ਹੈ। ਸੋ ਇਹ ਦੇਖਿਆ ਗਿਆ ਹੈ ਕਿ ਨਾਰਮਲੀ ਜਿਹੜਾ ਬੈੱਡ ਵੈਟਿੰਗ ਹੈ, ਜਦੋਂ ਬੱਚਾ ਵੱਡਾ ਹੋ ਰਿਹਾ ਹੁੰਦਾ ਹੈ, ਬੱਚਾ ਪੈਦਾ ਹੋਇਆ, ਹੌਲੀ ਹੌਲੀ ਉਹਦੀ ਟਾਇਲਟ ਟ੍ਰੇਨਿੰਗ ਹੁੰਦੀ ਹੈ ਜੀ, ਹੈ ਜੀ। ਬਟ ਕੁਝ ਬੱਚਿਆਂ ਦੇ ਵਿੱਚ ਇਹ ਟਾਇਲਟ ਟ੍ਰੇਨਿੰਗ ਕੁਝ ਟਾਈਮ ਲੈਂਦੀ ਹੈ ਤੇ ਇਹ ਦੇਖਿਆ ਗਿਆ ਕਿ ਤਕਰੀਬਨ 5 years ਦੀ ਏਜ ਤੱਕ ਤਕਰੀਬਨ 80 to 85% ਆਫ ਦੇ ਜਿਹੜੇ ਬੱਚੇ ਹੁੰਦੇ ਨੇ ਉਹ ਡਰਾਈ ਹੋ ਜਾਂਦੇ ਨੇ, ਬੈਡ ਡਰਾਈ ਹੋ ਜਾਂਦੇ ਨੇ। ਮਤਲਬ ਦੇ ਲਰਨ ਹਾਊ ਟੂ ਯੂਜ਼ ਦ ਟਾਇਲਟ, ਦੇ ਲਰਨ ਹਾਊ ਟੂ ਟੈਲ ਕਿ ਉਹਨਾਂ ਨੂੰ ਹੁਣ ਵਾਸ਼ਰੂਮ ਜਾਣਾ, ਦੇ ਵਾਂਟ ਟੂ ਯੂਜ਼ ਲੂ। ਐਂਡ ਮੋਰ ਐਡੀਸ਼ਨਲ 10 to 15% ਬੱਚੇ ਜਿਹੜੇ ਬਾਏ ਦ ਏਜ ਆਫ 10 years ਉਹ ਡਰਾਈ ਹੋ ਜਾਂਦੇ ਨੇ। ਤੇ ਇਹ ਦੇਖਿਆ ਗਿਆ ਕਿ 15 ਸਾਲ ਦੀ ਏਜ ਤੱਕ ਓਨਲੀ 1% ਆਫ ਦ ਕਿਡਸ ਦੇ ਰਿਮੇਨ ਵੈਟ ਵਾਈਲ ਇਨ ਦ ਬੈਡ। ਐਂਡ ਇਹ ਜਿਹੜੇ ਬੱਚੇ ਹੁੰਦੇ ਨੇ ਇਹਨਾਂ ਨੂੰ ਕੁਛ ਨਾ ਕੁਛ ਅੰਡਰਲਾਈਨ ਡਿਸਆਰਡਰ ਹੋ ਸਕਦਾ ਹੈ ਜਿਹੜਾ ਕਿ ਇੱਕ ਯੂਰੋਲੋਜਿਸਟ ਬੱਚੇ ਨੂੰ ਇਵੈਲੂਏਟ ਕਰਕੇ, ਐਗਜ਼ਾਮਿਨ ਕਰਕੇ ਫਾਈਂਡ ਆਊਟ ਕਰ ਸਕਦਾ ਤੇ ਉਹਦਾ ਟ੍ਰੀਟਮੈਂਟ ਕਰ ਸਕਦਾ ਹੈ। ਪਰ ਹੁੰਦਾ ਕੀ ਹੈ, ਜਦੋਂ ਤੱਕ 15 ਸਾਲ ਦਾ ਬੱਚਾ ਇਜ਼ ਅ ਬਿਗ ਏਜ ਨਾਊਅਡੇਜ਼, ਤੋ ਉਦੋਂ ਤੱਕ ਬੱਚਾ ਅਗਰ ਬੈੱਡ ਵੈਟਿੰਗ ਕਰੇਗਾ ਤੇ ਇਟ ਕੈਨ ਕਾਜ਼ ਬੱਚੇ ਦੇ ਵਿੱਚ ਕੁਝ ਡਿਵੈਲਪਮੈਂਟਲ ਮੈਂਟਲ ਚੇਂਜਸ ਕਰ ਸਕਦਾ ਹੈ। ਬੱਚਾ ਆਪਣੇ ਆਪ ਨੂੰ ਇਨਫੀਰੀਅਰ ਫੀਲ ਕਰਦਾ ਹੈ ਕਿ ਮੇਰਾ ਜਿਹੜਾ ਬੈੱਡ ਹੈ ਉਹ ਗਿੱਲਾ ਹੋ ਰਿਹਾ ਹੈ, ਕਿਤੇ ਜਾਣ ਤੋਂ ਡਰਦਾ ਹੈ। ਆਪਣੇ ਦੋਸਤਾਂ ਯਾਰਾਂ ਮਿੱਤਰਾਂ ਨਾਲ ਵੀ ਜਿਹੜੇ ਹੈ ਨਾ, ਆਪਣੇ ਫਰੈਂਡ ਸਰਕਲ ਦੇ ਵਿੱਚ ਵੀ ਬੱਚੇ ਜਿਹੜੇ ਆ ਉਹ ਚੰਗੀ ਤਰ੍ਹਾਂ ਕਮਿਊਨੀਕੇਟ ਨਹੀਂ ਕਰ ਪਾਉਂਦੇ। ਇਸ ਲਈ ਡਿਊਰਿੰਗ ਦੈਟ ਪੀਰੀਅਡ, ਜਿਹੜਾ ਇਹ ਵਾਲੀ ਏਜ ਹੁੰਦੀ ਹੈ ਜਦੋਂ ਬੱਚਾ ਸਕੂਲ ਗੋਇੰਗ ਹੁੰਦਾ ਜਾਂ ਪਿਊਬਰਟਲ ਏਜ ਜਿਹੜੀ ਆ ਰਹੀ ਹੁੰਦੀ ਹੈ, ਅਗਰ ਉਹਦੇ ਵਿੱਚ ਵੀ ਬੈੱਡ ਵੈਟਿੰਗ ਹੋ ਰਹੀ ਹੈ ਤੇ ਸਾਨੂੰ ਕੁਝ ਸਪੋਰਟਿਵ, ਫੁੱਲੀ ਇਵੈਲੂਏਸ਼ਨ ਤੋਂ ਬਾਅਦ ਸਪੋਰਟਿਵ ਟ੍ਰੀਟਮੈਂਟ ਦੇਣਾ ਪੈਂਦਾ ਹੈ ਤਾਂ ਕਿ ਬੱਚਾ ਜਿਹੜਾ ਡਰਾਈ ਹੋ ਜਾਏ ਔਰ ਉਹਦਾ ਪਿਊਬਰਟਲ ਐਂਡ ਡਿਵੈਲਪਮੈਂਟਲ ਫੇਜ਼ ਜਿਹੜਾ ਹੈ ਇਟ ਸ਼ੁੱਡ ਬੀ ਨਾਰਮਲੀ ਪ੍ਰੋਗਰੈਸਿੰਗ। ਜੀ ਡਾਕਟਰ ਸਾਹਿਬ, ਕਈਆਂ ਨੂੰ ਨਾ ਯੂਰਿਨ ਦੇ ਨਾਲ ਬਲੱਡ ਵੀ ਪਾਸ ਹੁੰਦਾ ਹੈ, ਇਹ ਕਿੰਨੀ ਕੁ ਗੰਭੀਰ ਸਮੱਸਿਆ ਆ ਤੇ ਇਹਦੇ ਲਈ ਪੇਸ਼ੈਂਟ ਨੂੰ ਕੀ ਕਰਨਾ ਚਾਹੀਦਾ? ਸੁਲੀਨ ਜੀ, ਯੂਰਿਨ ਦੇ ਵਿੱਚ ਬਲੱਡ ਆਉਣਾ ਜਿਹੜਾ ਹੈ ਇਟ ਸ਼ੁੱਡ ਬੀ ਟੇਕਨ ਵੈਰੀ ਵੈਰੀ ਸੀਰੀਅਸਲੀ। ਇਟ ਇਜ਼ ਐਨ ਓਮਿਨਸ ਸਾਈਨ, ਸਪੈਸ਼ਲੀ ਅਗਰ ਇਹਨੂੰ ਅਸੀਂ ਦੇਖਦੇ ਹਾਂ ਏਜ ਵਾਈਜ਼। ਯੰਗਰ ਏਜ ਗਰੁੱਪ ਦੇ ਵਿੱਚ ਯੂਰਿਨ ਦੇ ਵਿੱਚ ਬਲੱਡ ਆਉਣ ਦੇ ਕਾਮਨ ਕਾਜ਼ਸ ਜਿਹੜੇ ਨੇ ਉਹ ਹੈ ਸਟੋਨ ਹੋਣਾ ਯੂਰਿਨਰੀ ਸਿਸਟਮ 'ਚ ਜਾਂ ਇਨਫੈਕਸ਼ਨ ਹੋਣਾ। ਇਹ ਬੜੇ ਕਾਮਨ ਕਾਜ਼ਸ ਹੈ, ਜਾਂ ਕੋਈ ਟਰਾਮਾ ਹੋਣਾ, ਟ੍ਰੀਵੀਅਲ ਟਰਾਮਾ। ਬਟ 올ਡਰ ਏਜ ਦੇ ਵਿੱਚ ਆਫਟਰ ਦ ਏਜ ਆਫ 50 ਅਗਰ ਤੁਹਾਨੂੰ ਯੂਰਿਨ 'ਚ ਬਲੱਡ ਆ ਰਿਹਾ ਤਾਂ ਇਸ ਨੂੰ ਬਿਲਕੁਲ ਵੀ ਇਗਨੋਰ ਨਹੀਂ ਕਰਨਾ ਚਾਹੀਦਾ ਬਿਕੋਜ਼ ਇਟ ਕੈਨ ਬੀ ਅ ਸਾਈਨ ਆਫ ਅ ਅੰਡਰਲਾਈਨ ਕੈਂਸਰ ਦਾ ਸਾਈਨ ਹੋ ਸਕਦਾ ਹੈ ਜਾਂ ਪ੍ਰੋਸਟੈਟਿਕ ਐਨਲਾਰਜਮੈਂਟ ਦਾ ਸਾਈਨ ਹੋ ਸਕਦਾ ਹੈ ਜਿਹਦੇ ਲਈ ਕਿ ਤੁਹਾਨੂੰ ਟ੍ਰੀਟਮੈਂਟ ਲੈਣੀ ਪਏਗੀ। ਜੀ,
ਕਈਆਂ ਨੂੰ ਯੂਰਿਨ ਲੀਕੇਜ ਦੀ ਵੀ ਪ੍ਰੋਬਲਮ ਆਉਂਦੀ ਹੈ ਤੇ ਉਹ ਸ਼ਰਮ ਦੇ ਮਾਰੇ ਫਿਰ ਫੈਮਿਲੀ ਮੈਂਬਰ ਨੂੰ ਵੀ ਨਹੀਂ ਦੱਸਦੇ, ਤੇ ਇਹ ਕਾਮਨ ਬੜੀ ਪ੍ਰੋਬਲਮ ਅੱਜ ਕੱਲ੍ਹ ਹੋ ਗਈ ਹੈ, ਇਹਨਾਂ ਲਈ ਕੀ ਕਹਿਣਾ ਚਾਹੋਗੇ? ਯੂਰਨਰੀ ਲੀਕੇਜ ਦੇ ਅਸੀਂ ਪ੍ਰੈਕਟਿਸ ਦੇ ਵਿੱਚ ਜ਼ਿਆਦਾਤਰ ਜਿਹੜੇ ਪੇਸ਼ੈਂਟ ਦੇਖਦੇ ਹਾਂ, ਜਿੱਦਾਂ ਅਸੀਂ ਪਹਿਲਾਂ ਗੱਲ ਕੀਤੀ ਕਿ ਬੱਚਿਆਂ ਨੂੰ, ਅਗਰ ਅਸੀਂ ਬੱਚਿਆਂ ਨੂੰ ਇਨਕਲੂਡ ਕਰ ਦਈਏ, ਅਡਲਟਸ ਦੇ ਵਿੱਚ ਜ਼ਿਆਦਾਤਰ ਸਾਡੇ ਯੂਰਨਰੀ ਲੀਕੇਜ ਦੇ ਪੇਸ਼ੈਂਟ ਜਿਹੜੇ ਨੇ ਉਹ ਫੀਮੇਲਸ ਹੁੰਦੇ ਨੇ। ਉਹਦੇ ਵਿੱਚ ਕਈ ਰਿਸਕ ਫੈਕਟਰ ਹੁੰਦੇ ਨੇ ਜਿਹੜੇ ਇਹਦੇ ਨਾਲ ਐਸੋਸੀਏਟਡ ਹੁੰਦੇ ਨੇ। ਫੀਮੇਲਸ ਦੇ ਵਿੱਚ ਕਾਮਨ ਰਿਸਕ ਫੈਕਟਰਸ ਨੇ ਮੋਟਾਪਾ ਹੋਣਾ, ਓਵਰਵੇਟ ਹੋਣਾ, ਜਾਂ ਤੁਹਾਨੂੰ ਡਾਇਬੀਟੀਜ਼ ਹੋਣਾ ਅੰਡਰਲਾਈਨ, ਜਾਂ ਪ੍ਰੀਵੀਅਸ ਮਲਟੀਪਲ ਚਾਈਲਡ ਬਰਥ ਹੋਣਾ, ਜਾਂ ਕੋਈ ਕੰਪਲਿਕੇਟਿਡ ਵੈਜਾਈਨਲ ਡਿਲੀਵਰੀ ਹੋਣਾ, ਜਾਂ ਕੋਈ ਪ੍ਰੀਵੀਅਸ ਪੈਲਵਿਕ ਸਰਜਰੀ ਹੋਣਾ ਜਿਹਦੇ ਨਾਲ ਕਿ ਤੁਹਾਡੇ ਜਿਹੜੇ ਪੈਲਵਿਕ ਫਲੋਰ ਦੀਆਂ ਮਾਸਪੇਸ਼ੀਆਂ ਨੇ ਉਹ ਵੀਕ ਹੋ ਜਾਂਦੀਆਂ ਨੇ, ਕਮਜ਼ੋਰ ਹੋ ਜਾਂਦੀਆਂ ਨੇ, ਤੇ ਵਿਚ ਕੈਨ ਕਾਜ਼ ਤੁਹਾਨੂੰ ਇੱਕ ਤਰ੍ਹਾਂ ਦਾ ਮਿਕਸ ਸੌਰਟ ਆਫ ਯੂਰਨਰੀ ਇਨਕੌਂਟੀਨੈਂਸ ਅਸੀਂ ਇਹਨੂੰ ਬੋਲਦੇ ਹਾਂ, ਉਹ ਹੋ ਸਕਦੀ ਹੈ। ਇਹਦੇ ਲਈ ਮੈਂ ਇਹ ਸੁਜੈਸਟ ਕਰਾਂਗਾ ਕਿ ਸਭ ਤੋਂ ਪਹਿਲਾ ਕੰਮ ਇਸ ਚੀਜ਼ ਨੂੰ ਛੁਪਾਉਣਾ ਨਹੀਂ ਹੈ, ਬਿਕੋਜ਼ ਓਵਰ ਦਾ ਟਾਈਮ ਕੀ ਹੁੰਦਾ ਹੈ ਕਿ ਕੋਈ ਵੀ ਜੇ ਪੇਸ਼ੈਂਟ ਜਿਹਨੂੰ ਯੂਰਨਰੀ ਲੀਕੇਜ ਹੋ ਰਿਹਾ ਉਹ ਆਪਣੇ ਆਪ ਨੂੰ ਆਈਸੋਲੇਟ ਕਰ ਲੈਂਦਾ ਹੈ ਨਾ, ਜਾਂ ਤਾਂ ਉਹ ਡਾਈਪਰਸ ਦਾ ਯੂਜ਼ ਕਰੇਗਾ ਬਾਹਰ ਜਾਣ ਲਈ, ਜਾਂ ਆਪਣੇ ਆਪ ਨੂੰ ਆਈਸੋਲੇਟ ਕਰ ਲੈ, ਅਵੋਇਡ ਕਰੇਗਾ ਸੋਸ਼ਲ ਕੰਟੈਕਟ ਨੂੰ। ਸੋ ਇਹ ਠੀਕ ਨਹੀਂ ਹੈ ਇੱਕ ਤਰ੍ਹਾਂ ਦਾ ਮੈਂਟਲ ਹੈਲਥ ਲਈ, ਤੁਹਾਡੇ ਸਾਈਕੋਲੋਜੀਕਲ ਹੈਲਥ ਲਈ। ਤਾਂ ਇਸ ਚੀਜ਼ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਬਿਮਾਰੀਆਂ ਨੇ, ਪ੍ਰੋਬਲਮਸ ਨੇ, ਹੁੰਦੀਆਂ ਨੇ ਡਿਸਆਰਡਰ, ਤਾਂ ਬਸ ਇਹਨਾਂ ਦਾ ਬੈਸਟ ਟ੍ਰੀਟਮੈਂਟ ਜਿਹੜਾ ਹੈ ਉਹ ਤੁਸੀਂ ਆਪਣੇ ਯੂਰੋਲੋਜਿਸਟ ਨੂੰ ਮਿਲ ਕੇ ਉਹਨੂੰ ਚੰਗੀ ਤਰ੍ਹਾਂ ਇਵੈਲੂਏਟ ਕਰਾਓ ਤੇ ਉਹਨਾਂ ਦਾ ਟ੍ਰੀਟਮੈਂਟ ਪੋਸੀਬਲ ਹੈ ਜੀ। ਕੁਝ ਐਕਸਰਸਾਈਜ਼ ਹੈਗੀਆਂ ਨੇ ਇਦਾਂ ਦੀਆਂ ਜਿਹੜੀਆਂ ਕਰਕੇ ਆਪਾਂ ਯੂਰੋਲੋਜੀਕਲ ਪ੍ਰੋਬਲਮਸ ਜਿਹੜੀਆਂ ਨੇ ਉਹਨਾਂ ਤੋਂ ਦੂਰ ਹੋ ਸਕਦੇ ਹਾਂ, ਬਚ ਸਕਦੇ ਹਾਂ? ਬਿਲਕੁਲ, ਇਹਦੇ ਲਈ ਤਰ੍ਹਾਂ ਦੀਆਂ ਐਕਸਰਸਾਈਜ਼ਸ ਨੇ। ਮੈਂ ਤੁਹਾਨੂੰ ਸ਼ੁਰੂਆਤ ਆਪਾਂ ਕਰਾਂਗਾ ਕਿ ਬੇਸਿਕਲੀ ਐਕਸਰਸਾਈਜ਼ ਜਿਹੜਾ ਹੈ, ਇੱਕ ਤਾਂ ਜਨਰਲ ਵੈਲਬੀਇੰਗ ਤੁਹਾਡੇ ਲਈ ਜ਼ਰੂਰੀ ਹੈ, ਇੱਕ ਹੈਲਦੀ ਲਾਈਫ ਸਟਾਈਲ ਦੇ ਵਿੱਚ ਜ਼ਰੂਰੀ ਹੈ। ਫੋਰ ਐਗਜ਼ਾਮਪਲ, ਜਿੱਦਾਂ ਅਸੀਂ ਗੱਲ ਕੀਤੀ ਕਿ ਕਾਫੀ ਸਾਰੀਆਂ ਬਿਮਾਰੀਆਂ ਦੀ ਜਿਹੜੀ ਜੜ ਹੈ ਉਹ ਤੁਹਾਡਾ ਮੋਟਾਪਾ ਹੈ। ਸੋ ਅਗਰ ਤੁਸੀਂ ਰੈਗੂਲਰ ਹੈਲਥ ਆਪਣੇ ਦਾ ਧਿਆਨ ਰੱਖ ਰਹੇ ਹੋ, ਐਕਸਰਸਾਈਜ਼ ਕਰ ਰਹੇ ਹੋ, ਜਿਹਦੇ ਵਿੱਚ ਰਨਿੰਗ, ਜੋਗਿੰਗ ਜਾਂ ਵਾਟਐਵਰ ਸੌਰਟ ਆਫ ਐਕਸਰਸਾਈਜ਼ ਤੁਸੀਂ ਜਿਹਦੇ 'ਚ ਕੰਫਰਟੇਬਲ ਹੋ, ਸਾਈਕਲਿੰਗ ਹੈ, ਕੁਝ ਲੋਕ ਸਵਿਮਿੰਗ ਕਰਦੇ ਨੇ, ਤੇ ਯੂ ਕਮ ਇਨ ਦਾ ਹੈਲਦੀ ਵੇਟ, ਬੋਡੀ ਵੇਟ ਦੇ ਵਿੱਚ ਆਉਂਦੇ ਹੋ। ਤੁਹਾਡਾ BP ਕੰਟਰੋਲ 'ਚ ਰਹਿੰਦਾ ਹੈ, ਤੁਹਾਡਾ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੇ ਵਿੱਚ ਹੈਲਪ ਕਰਦੀ ਹੈ, ਜਿਹੜਾ ਕਿ ਤੁਹਾਨੂੰ ਕਾਫੀ ਸਾਰੀਆਂ ਯੂਰੋਲੋਜੀ ਪ੍ਰੋਬਲਮ ਤੋਂ ਆਲਰੇਡੀ ਨਿਜਾਤ ਦਵਾ ਸਕਦਾ ਹੈ। ਪਲੱਸ ਅਗਰ ਅਸੀਂ ਯੂਰਨਰੀ ਪ੍ਰੋਬਲਮਸ ਦੀ ਗੱਲ ਕਰੀਏ ਫੀਮੇਲਸ ਦੇ ਵਿੱਚ, ਤੇ ਉਹਦੇ 'ਚ ਸਪੈਸੀਫਿਕ ਐਕਸਰਸਾਈਜ਼ ਜਿਹੜੀਆਂ ਨੇ ਉਹ ਹੈਗੀਆਂ ਨੇ ਯੂਰਿਨਰੀ ਲੀਕੇਜ ਲਈ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਪੈਲਵਿਕ ਫਲੋਰ ਮਸਲ ਸਟਰੈਂਥਨਿੰਗ ਐਕਸਰਸਾਈਜ਼ਸ। ਉਹਦੇ ਵਿੱਚ ਕੁਝ ਐਕਸਰਸਾਈਜ਼ ਨੇ ਜਿੱਦਾਂ ਕੀਗਲ ਐਕਸਰਸਾਈਜ਼ਸ ਨੇ, ਉਹ ਅਸੀਂ ਫੀਮੇਲਸ ਨੂੰ ਸਿਖਾਉਂਦੇ ਹਾਂ, ਜਿਹਦੇ ਨਾਲ ਕਿ ਕਾਫੀ ਸਾਰੇ ਫੀਮੇਲਸ ਬਿਨਾਂ ਟ੍ਰੀਟਮੈਂਟ ਜਾਂ ਮਿਨੀਮਲ ਮੈਡੀਕੇਸ਼ਨਸ ਦੇ ਨਾਲ ਇਸ ਪ੍ਰੋਬਲਮ ਦਾ ਕਾਫੀ ਹੱਦ ਤੱਕ ਜਿਹੜਾ ਹੈ ਉਹ ਸੋਲੂਸ਼ਨ ਮਿਲ ਜਾਂਦਾ ਹੈ। ਜੀ, ਤੁਸੀਂ ਐਂਡਰੋਲੋਜਿਸਟ ਵੀ ਹੋ, ਤੇ ਅੱਜ ਕੱਲ੍ਹ ਦੀ ਜਿਹੜੀ ਸਾਡੀ ਨੌਜਵਾਨੀ ਹੈ ਉਹ ਬਹੁਤ ਸਾਰੇ ਗੁਪਤ ਰੋਗਾਂ ਦੇ ਨਾਲ ਜੂਝ ਰਹੀ ਹੈ, ਕੀ ਮੈਸੇਜ ਉਹਨਾਂ ਨੂੰ ਦੇਣਾ ਚਾਹੋਗੇ? ਸਵਿਨ ਜੀ, ਇਸ ਦੇ ਲਈ ਮੈਸੇਜ ਇਹ ਹੈ ਕਿ ਜੋ ਅਸੀਂ ਦੇਖਿਆ ਪ੍ਰੈਕਟਿਸ ਦੇ ਵਿੱਚ, ਜਿਹੜੇ ਯੰਗ ਲੜਕੇ ਨੇ, ਯੰਗ ਬॉयਜ਼ ਨੇ, ਪਹਿਲੀ ਗੱਲ ਉਹਨਾਂ ਦੇ ਵਿੱਚ ਕਾਰਨ ਕੀ ਹੁੰਦਾ ਇਹਨਾਂ ਪ੍ਰੋਬਲਮਸ ਦਾ? ਕਾਰਨ ਇਹ ਜ਼ਿਆਦਾਤਰ ਦੇਖਿਆ ਗਿਆ ਕਿ 80% ਆਫ ਜੋ ਇਹੋ ਜਿਹੇ ਯੰਗ ਅਡਲਟਸ ਹੁੰਦੇ ਨੇ ਉਹਨਾਂ ਦੇ ਵਿੱਚ ਸਾਈਕੋਜੈਨਿਕ ਕਾਜ਼ ਹੈ। ਸਾਈਕੋਜੈਨਿਕ ਦਾ ਮਤਲਬ ਇਹ ਨਹੀਂ ਅਸੀਂ ਕਹਾਂਗੇ ਕਿ ਪਗਲਾਪਨ ਹੋ ਗਿਆ, ਐਸਾ ਨਹੀਂ ਹੈ। ਸਾਈਕੋਜੈਨਿਕ ਦਾ ਕਾਜ਼ ਹੈ ਕਿ ਇਹਦਾ ਕੋਈ ਆਰਗੈਨਿਕ ਬੇਸਿਸ ਨਹੀਂ ਹੈ। ਦ ਓਨਲੀ ਥਿੰਗ ਇਜ਼ ਕਿ ਕਿਸੇ ਨਾ ਕਿਸੇ ਟਾਈਪ ਦਾ ਕੋਈ ਸਟ੍ਰੈਸ ਹੋਣਾ, ਜਾਂ ਫੈਮਿਲੀ ਵਾਈਜ਼, ਕੰਮ ਵਾਈਜ਼, ਜਾਂ ਫਾਈਨੈਂਸ਼ੀਅਲ ਸਟ੍ਰੈਸ ਹੋਣਾ, ਜਾਂ ਕੋਈ ਰਿਲੇਸ਼ਨਸ਼ਿਪ ਦੇ ਵਿੱਚ ਬੈਡ ਹੋਣਾ, ਆਪਣੇ ਪਾਰਟਨਰ ਦੇ ਨਾਲ ਜਿਹੜਾ ਤੁਹਾਡਾ ਸਾਈਕੋਲੋਜੀ ਮੈਚ ਨਾ ਕਰਨਾ, ਉਹ ਇਹੋ ਜਿਹੀਆਂ ਪ੍ਰੋਬਲਮ ਨੂੰ ਸਟਾਰਟ ਕਰਦਾ ਹੈ। ਬਟ ਜਦੋਂ ਤੁਸੀਂ ਇੱਕ ਵਾਰ ਇਸ ਪ੍ਰੋਬਲਮ ਦੇ ਵਿੱਚ ਫਸਦੇ ਹੋ ਤਾਂ ਇਟ ਕ੍ਰੀਏਟਸ ਅ ਸਾਈਕਲ, ਵਿਸ਼ੀਅਸ ਸਾਈਕਲ, ਤੁਸੀਂ ਉਹਦੇ ਚੋਂ ਬਾਹਰ ਨਹੀਂ ਆ ਪਾਉਂਦੇ। ਸੋ ਉਹਦੇ ਲਈ ਵਾਟ ਯੂ ਨੀਡ ਇਜ਼, ਇੱਕ ਤਾਂ ਯੂਰੋਲੋਜਿਸਟ ਦੀ ਤੁਹਾਨੂੰ ਹੈਲਪ ਕਿੱਥੇ ਹੋਏਗੀ ਟੂ ਫਾਈਂਡ ਆਊਟ ਕਿ ਅਗਰ ਕੋਈ ਅੰਡਰਲਾਈਨ ਪ੍ਰੋਬਲਮ ਹੈ। ਅਗਰ ਉਹ ਨਹੀਂ ਹੈ ਤਾਂ ਫਿਰ ਤੁਹਾਨੂੰ ਸਾਈਕੋਲੋਜੀਕਲ ਕਾਉਂਸਲਿੰਗ ਦੇ ਨਾਲ ਇਸ ਪ੍ਰੋਬਲਮ ਤੋਂ ਬਾਹਰ ਨਿਕਲਿਆ ਜਾ ਸਕਦਾ ਹੈ। ਬਟ ਦ ਬੇਸਿਕ ਥਿੰਗ ਇਜ਼ ਕਿ ਇਸ ਪ੍ਰੋਬਲਮ ਲਈ ਦੇਖਿਆ ਗਿਆ ਹੈ ਕਿ ਲੜਕੇ ਜਾਂ ਯੰਗ ਬॉयਜ਼ ਜਾਂ ਮਿਡਲ ਏਜ ਵੀ ਤੁਸੀਂ ਕਹਿ ਲਓ, ਉਹ ਖੁੱਲ੍ਹ ਕੇ ਗੱਲ ਨਹੀਂ ਕਰਦੇ, ਬਿਕੋਜ਼ ਇਹਨੂੰ ਇੱਕ ਬੜਾ ਸ਼ੇਮਫੁਲ ਤਰੀਕੇ ਨਾਲ ਲਿਆ ਜਾਂਦਾ ਸੋਸਾਇਟੀ ਦੇ ਵਿੱਚ। ਬਟ ਇਹਦੇ ਤੋਂ ਡਰਨ ਦੀ ਲੋੜ ਨਹੀਂ ਹੈ, ਬਿਕੋਜ਼ ਇਹੋ ਜਿਹੇ ਪੇਸ਼ੈਂਟਸ ਦੀ ਕਾਉਂਸਲਿੰਗ ਐਂਡ ਉਹਨਾਂ ਦੀ ਇਵੈਲੂਏਸ਼ਨ, ਹਿਸਟਰੀ ਟੇਕਿੰਗ ਅਸੀਂ ਜਿਹੜੀ ਆ ਉਹ ਬਿਲਕੁਲ ਆਈਸੋਲੇਟਡ ਏਰੀਆ ਦੇ ਵਿੱਚ ਕਰਦੇ ਹਾਂ, ਐਂਡ ਤੁਹਾਡਾ ਕੋਈ ਵੀ ਇਹਦੇ 'ਚ ਡਿਸਕਲੋਜ਼ਰ ਵਗੈਰਾ ਨਹੀਂ ਹੁੰਦਾ। ਜੀ, ਇੱਕ ਹਲਕਾ ਫੁਲਕਾ ਸਵਾਲ ਤੁਹਾਨੂੰ ਪੁੱਛਣਾ ਚਾਹੂੰਗੀ, ਕਿਸੇ ਪੇਸ਼ੈਂਟ ਦੇ ਨਾਲ ਇਦਾਂ ਦਾ ਖੁਸ਼ਨੁਮਾ ਐਕਸਪੀਰੀਅੰਸ ਜਿਹੜਾ ਤੁਹਾਨੂੰ ਅੱਜ ਤੱਕ ਯਾਦ ਰਿਹਾ ਹੋਵੇ? ਦੇਖੋ, ਇਹ ਸਵਲੀਨ ਜੀ ਬਹੁਤ ਸਾਰੇ ਇਹੋ ਜਿਹੇ ਇਨਸੀਡੈਂਟਸ ਹੋਏ ਹੈ, ਐਸਾ ਇੱਕ ਨਹੀਂ ਮੈਂ ਦੱਸ ਸਕਦਾ। ਟੱਚਵੁੱਡ ਪੇਸ਼ੈਂਟ ਜਦੋਂ ਠੀਕ ਹੋ ਕੇ ਜਾਂਦਾ ਹੈ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ, ਤੁਹਾਨੂੰ ਮਤਲਬ ਕਿ ਰਾਤ ਨੂੰ ਨੀਂਦ ਚੰਗੀ ਆਉਂਦੀ ਹੈ ਪੇਸ਼ੈਂਟ ਨੂੰ ਵੀ ਤੇ ਸਾਨੂੰ ਵੀ। ਸਾਡੇ ਬਹੁਤ ਸਾਰੇ, ਮੈਨੂੰ ਯਾਦ ਹੈ ਕਿ ਇੱਕ ਮੇਰੇ ਪੇਸ਼ੈਂਟ ਸੀਗੇ, ਸ਼ੀ ਵਾਜ਼ ਅਰਾਊਂਡ 62 ਈਅਰਸ ਓਲਡ, ਐਂਡ ਉਹਨਾਂ ਦੇ, ਸ਼ੀ ਵਾਜ਼ ਨਾਟ ਮਾਈ ਪੇਸ਼ੈਂਟ, ਉਹਨਾਂ ਦੇ ਜਿਹੜੇ ਬ੍ਰਦਰ ਸੀਗੇ ਉਹ ਮੇਰੇ ਪੇਸ਼ੈਂਟ ਸੀਗੇ। ਹੀ ਹੈਡ ਸਮ ਅਦਰ ਪ੍ਰੋਬਲਮ, ਕਾਰਡਿਕ ਪ੍ਰੋਬਲਮ, ਜਿਹਦੇ ਨਾਲ ਕਿ ਹੀ ਅਲਟੀਮੇਟਲੀ ਹੀ ਐਕਸਪਾਇਰਡ। ਬਟ ਉਹਨਾਂ ਦਾ ਮੈਂ ਟ੍ਰੀਟਮੈਂਟ ਕੀਤਾ ਸੀ, ਯੂਰਨਰੀ ਲੈਵਲ 'ਤੇ ਟ੍ਰੀਟਮੈਂਟ ਕੀਤਾ ਸੀ,
ਐਂਡ ਦੇ ਵਰ ਸੋ ਅਟੈਚ ਟੂ ਮੀ ਕਿ ਪਿਛਲੇ 1.5 ਸਾਲ ਤੋਂ ਮੈਨੂੰ ਰੈਗੂਲਰਲੀ ਉਹਨਾਂ ਨੇ ਫੋਨ ਕਰਨਾ, ਉਹਨਾਂ ਨੇ ਬੇਟਾ ਕਹਿ ਕੇ ਮੈਨੂੰ ਗੱਲ ਕਰਨੀ ਮੇਰੇ ਨਾਲ। ਐਂਡ ਲਾਸਟ ਜਦੋਂ ਮੇਰਾ ਜਨਮ ਦਿਨ ਸੀ, ਉਹਨਾਂ ਨੇ ਮੈਨੂੰ 2 ਦਿਨ ਪਹਿਲਾਂ ਫੋਨ ਕੀਤਾ ਐਂਡ ਵਾਈ ਸ਼ੀ ਕਾਲਡ ਮੀ ਜਸਟ ਟੂ ਵਿਸ਼ ਮੀ। ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਆਂਟੀ ਤੁਸੀਂ ਮਤਲਬ ਅੱਜ ਹੀ ਕਿਉਂ ਫੋਨ ਕੀਤਾ, ਅਜੇ ਤਾਂ 2 ਦਿਨ ਬਾਅਦ ਹੈ। ਤੇ ਉਹਨਾਂ ਨੇ ਮੈਨੂੰ ਕਿਹਾ ਕਿ ਬੇਟਾ ਮੇਰਾ 2 ਦਿਨ ਬਾਅਦ ਆਪਰੇਸ਼ਨ ਹੈ ਤੇ ਉਹਨਾਂ ਕਿਹਾ ਮੈਂ ਸ਼ਾਇਦ ਗੱਲ ਨਾ ਕਰ ਸਕਾਂ। ਸੋ ਇਹ ਇੱਕ ਇਨਸੀਡੈਂਟ ਸੀ। ਦੈਟ ਵਾਸ ਇਮੋਸ਼ਨਲ। ਅੱਛਾ, ਲਾਸਟ ਸਵਾਲ ਮੇਰਾ ਤੁਹਾਨੂੰ ਇਹ ਹੈ ਕਿ ਪੰਜਾਬੀ ਨੈਸ਼ਨਲ ਟੀਵੀ ਦੇ ਦਰਸ਼ਕਾਂ ਨੂੰ ਇੱਕ ਹੈਲਦੀ ਲਾਈਫ ਜੀਣ ਵਾਸਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਦੇਖੋ, ਹੈਲਦੀ ਲਾਈਫ ਲਈ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਕਿ ਰੈਗੂਲਰ ਐਕਸਰਸਾਈਜ਼ ਹੈ। ਨੰਬਰ 2 ਜਿਹੜੀ ਅਸੀਂ ਚੀਜ਼ ਕਈ ਵਾਰ ਭੁੱਲ ਜਾਂਦੇ ਹਾਂ, ਸਾਡੀ ਇੰਡੀਅਨਸ ਦੀ ਜਿਹੜੀ ਡਾਈਟ ਹੈ, ਖਾਸ ਕਰਕੇ ਪੰਜਾਬੀਆਂ ਦੀ ਡਾਈਟ ਹੈ, ਇਹ ਬੜੀ ਸਪਾਈਸੀ ਹੈ ਜੀ। ਚਾਹੁੰਦੇ ਹੋਏ ਵੀ ਨਾ ਚਾਹੁੰਦੇ ਹੋਏ ਵੀ ਅਸੀਂ ਬਹੁਤ ਸਾਰਾ ਸਾਲਟ ਇਨਟੇਕ ਕਰਦੇ ਹਾਂ। ਨਾਲੇ ਬੱਦਲ ਮਗਰੋਂ ਦੇ ਪਕੌੜੇ ਅਸੀਂ ਪਹਿਲਾਂ ਤਲਦੇ। ਰਾਈਟ। ਤੋ ਹਰ ਚੀਜ਼ ਨੂੰ ਕਰਾਰਾ ਬਣਾਓ ਜੀ, ਇਹਦੇ ਚ ਹੋਰ ਲੂਣ ਮਿਰਚ ਮਸਾਲਾ ਪਾਓ ਜੀ। ਸੋ ਲੋਟ ਆਫ ਸਾਲਟ ਗੋਜ਼ ਇਨ। ਜਿੰਨੀ ਸਾਡੀ ਡੇਲੀ ਰਿਕੁਆਇਰਮੈਂਟ ਹੈ ਬੋਡੀ ਦੀ ਸਾਲਟ ਦੀ, ਉਸ ਤੋਂ ਕਿਤੇ ਜ਼ਿਆਦਾ ਅਸੀਂ ਸਾਲਟ ਜਿਹੜਾ ਹੈ ਉਹ ਲੈਂਦੇ ਹਾਂ। ਸੋ ਇਹ ਸਾਲਟ ਜਿਹੜਾ ਜ਼ਿਆਦਾ ਹੋਣ ਦੇ ਨਾਲ, ਜਿੱਦਾਂ ਅਸੀਂ ਗੱਲ ਕੀਤੀ, ਇੱਕ ਤਾਂ ਯੂਰੀਨਰੀ ਸਟੋਨ ਫਾਰਮੇਸ਼ਨ ਲਈ ਰਿਸਕ ਫੈਕਟਰ ਹੈ, ਪਲੱਸ ਇਹ ਤੁਹਾਡਾ ਬਲੱਡ ਪ੍ਰੈਸ਼ਰ ਵਧਾਉਂਦਾ ਹੈ। ਤੇ ਬਲੱਡ ਪ੍ਰੈਸ਼ਰ ਵਧਾਉਣਾ ਇਟਸੈਲਫ ਬਹੁਤ ਸਾਰੀਆਂ ਹੋਰ ਹੈਲਥ ਪ੍ਰੋਬਲਮਸ ਲਈ ਜਿਹੜਾ ਇੱਕ ਰਿਸਕ ਫੈਕਟਰ ਹੈ ਜੀ। ਸੋ ਰੈਗੂਲਰ ਐਕਸਰਸਾਈਜ਼ ਤੁਸੀਂ ਕਰੋ, ਤੁਹਾਡਾ ਬਲੱਡ ਸ਼ੂਗਰ ਅੰਡਰ ਕੰਟਰੋਲ ਰਹੇ। ਜੇ ਅਗਰ ਤੁਸੀਂ ਡਾਇਬਟਿਕ ਹੋ ਤਾਂ ਸਾਲਟ ਦੀ ਮਾਤਰਾ ਘਟਾਓ। ਐਂਡ ਜਿਹੜਾ ਕਿ ਤੁਹਾਡਾ ਜਿੱਦਾਂ ਅਸੀਂ ਗੱਲ ਕੀਤੀ ਕਿ ਐਡਿਕੁਏਟ ਅਮਾਊਂਟ ਆਫ ਲਿਕੁਇਡ ਵਿਚ ਇਜ਼ ਅਰਾਊਂਡ 3.5 to 4 ਲੀਟਰ ਫॉर ਅ 70 kg ਜੈਂਟਲਮੈਨ ਔਰ ਲੇਡੀ, ਉਹ ਤੁਸੀਂ ਕੰਜ਼ਿਊਮ ਕਰੋ। ਐਂਡ ਅਵੋਇਡ ਅਨਨੈਸੈਸਰੀ ਥਿੰਗ ਜਾਂ ਆਲਟਰਨੇਟਿਵ ਮੈਡੀਕੇਸ਼ਨਸ ਐਜ਼ ਲੌਂਗ ਐਜ਼ ਪੋਸੀਬਲ। ਐਲਕੋਹਲ ਅਵੋਇਡ ਕਰੋ, ਸਮੋਕਿੰਗ ਅਵੋਇਡ ਕਰੋ। ਅਗਰ ਕੋਈ ਸਬਸਟੈਂਸ ਅਬਿਊਜ਼ ਕਰ ਰਹੇ ਹੋ, ਸਪੈਸ਼ਲੀ ਯੰਗ ਬॉयਜ਼, ਤਾਂ ਉਸ ਚੀਜ਼ ਤੋਂ ਦੂਰ ਰਹੋ। ਅੱਜ ਕੱਲ ਮੈਂਟਲ ਸਟ੍ਰੈਸ ਬਹੁਤ ਹੈ, ਮੈਂਟਲ ਇਲਨੈਸ ਜਿਹੜੀਆਂ ਨੇ ਜ਼ਿਆਦਾ ਨੇ, ਲੋਕ ਬਹੁਤ ਸਟ੍ਰੈਸਫੁਲ ਜ਼ਿੰਦਗੀ ਜੀ ਰਹੇ ਨੇ, ਉਹਨਾਂ ਵਾਸਤੇ ਕੀ ਕਹਿਣਾ ਚਾਹੋਗੇ? ਦੇਖੋ, ਸਟ੍ਰੈਸਫੁਲ ਜ਼ਿੰਦਗੀ ਦੇ ਨਾਲ ਸਟ੍ਰੈਸਫੁਲ ਜ਼ਿੰਦਗੀ ਦੇ ਨਾਲ ਕੀ ਹੁੰਦਾ ਹੈ ਕਿ ਤੁਹਾਡਾ ਬਲੱਡ ਪ੍ਰੈਸ਼ਰ ਤੁਹਾਡਾ ਵੱਧ ਰਿਹਾ ਹੈ, ਤੁਸੀਂ ਸਟ੍ਰੈਸ ਸੈਡੈਂਟਰੀ ਲਾਈਫ ਵੱਲ ਜਾਂਦੇ ਹੋ। ਦੇਖਿਆ ਗਿਆ ਹੈ ਕਿ ਯੂ ਸਪੈਂਡ ਹੈਲਦੀ ਟਾਈਮ ਵਿਦ ਯੋਰ ਫੈਮਿਲੀ ਐਂਡ ਤੁਸੀਂ ਰੈਗੂਲਰ ਐਕਸਰਸਾਈਜ਼ ਕਰੋ, ਤਾਂ ਦੈਟ ਇਜ਼ ਅ ਬੈਸਟ ਸਟ੍ਰੈਸ ਐਲੀਵੀਏਟਿੰਗ ਥਿੰਗ ਯੂ ਕੈਨ ਡੂ ਇਨ ਯੋਰ ਲਾਈਫ। ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਕੀਮਤੀ ਸਮਾਂ ਸਾਨੂੰ ਦਿੱਤਾ ਹੈ, ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸਿਵਲਿੰਗ ਜੀ, ਥੈਂਕ ਯੂ। ਇਹ ਸੀਗੇ ਜੀ ਡਾਕਟਰ ਓਮਕਾਰ, ਜਿਹੜੇ ਕਿ ਐਂਡਰੋਲੋਜਿਸਟ ਨੇ, ਕਿਡਨੀ ਟ੍ਰਾਂਸਪਲਾਂਟ ਸਰਜਨ ਨੇ, ਯੂਰੋਲੋਜਿਸਟ ਨੇ, ਜਿਨ੍ਹਾਂ ਨੇ ਅੱਜ ਤੁਹਾਡੇ ਬਹੁਤ ਸਾਰੇ ਇਹੋ ਜਿਹੇ ਸਵਾਲਾਂ ਦੇ ਜਵਾਬ ਦਿੱਤੇ ਹੋਣਗੇ ਜਿਨ੍ਹਾਂ ਦਾ ਸ਼ਾਇਦ ਤੁਹਾਨੂੰ ਪਹਿਲਾਂ ਨਹੀਂ ਸੀ ਪਤਾ। ਤੁਸੀਂ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਤੇ ਅਸੀਂ ਸਮੇਂ-ਸਮੇਂ ਤੇ ਇਦਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਧੰਨਵਾਦ।